ਬਾਬਾ ਜੀ ਆ ਜਿਹੜਾ ਤੁਸੀਂ ਮਾਮਲਾ ਸੁਣਿਆ ਵਾ ਇਹ ਕਬਰ ਦੇ ਪੈਸੇ ਲੈਂਦੇ 40-40 ਹਜ਼ਾਰ ਰੁਪਏ। माफिया ने शहर खमोशा को भी ना बख्शा। कब्रों की जगह हजारों रुपए में फरोख्त किए जाने का इंकशाफ। कब्र बनवाने के 20,000, पक्की करवाने के 35,000। पहले से जगह चाहिए तो कीमत होगी 40 से 50,000। फैसलाबाद के सरकारी कब्रिस्तानों में कमालाबाद कब्रिस्तान में असिस्टेंट कमिश्नर ने कार्रवाई करते हुए बत्ताखोरों के खिलाफ मुकदमा दर्ज करवा दिया। चंद लोग हैं जो उसी महल्ले के रिहायशी हैं और वो पिछले 20-25 साल से जो कब्रिस्तान है, सरकारी कब्रिस्तान, उस पर उन्होंने कब्ज़ा किया हुआ है और वहाँ पे जो भी मैयत दफनाने के लिए आती है उस मैयत के लवाकिन से ये 25,000, 30,000, 35,000 वसूल करते थे। रसीद थी वो 100 रुपये की देते थे। हमने इन पर FIR का इंदराज किया है और जो मुलजमान हैं हमने डायरेक्शन दी है कि मुलजमान को फौरी तौर पर गिरफ्तार किया जाए। ਉਹਨਾਂ ਨੂੰ ਆਖੀ ਉੱਥੇ ਜਾ ਕੇ ਕੋਠੇ ਪਾ ਲੈਣ, ਆਪਣੀ ਜਾਨ ਤੇ ਭਾਰ ਪਾਉ। ਭਲਿਆ ਲੋਕਾਂ ਸੱਪ ਨਿਕਲਦਾ ਨਹੀਂ ਵੇਖਿਆ ਤੇ ਮਾਰੇ ਕਈ ਨੇ, ਕਬਰ ਕੱਢ ਦਿਆਵੇਂ। ਅੱਲਾ ਦੀ ਜ਼ਾਤ ਨੇ ਪਰਦਾ ਵੀ ਰੱਖਿਆ ਕਿ ਪਤਾ ਨਹੀਂ ਕਿਹਦੇ ਚੋਂ ਨਿਕਲਿਆ, ਪਤਾ ਨਹੀਂ ਕਿੱਧਰੋਂ ਆਇਆ। ਇਹ ਰੱਬ ਜਾਣ। ਹੁਣੇ ਆ ਜਾਂਦੇ ਆ ਪੁਲਿਸ ਵਾਲੇ ਤੇ ਉਹਨਾਂ ਨੂੰ ਪੁੱਛ ਲੈ ਵੀ ਬਾਬੇ ਨੇ ਗੱਲਾਂ ਸੱਚੀਆਂ ਦੱਸੀਆਂ। ਪੁਲਿਸ वाले एक नशाई लदी फिरन मोया। अस्सलाम वालेकुम नाजरीन, आज हम मौजूद हैं प्री मिल कब्रिस्तान। साईं अनवर साहब उनके पास हम मौजूद हैं। ये जब से कब्रिस्तान बना है ये तब से ये इनके बानी भी यही हैं और इनका सारा निज़ाम चलाने वाले यही हैं। आइए कब्रिस्तान के कुछ अहम जो मामलात हैं, पिछले दिनों कमालाबाद कब्रिस्तान के बारे में ख़बर सामने आई थी कि जी वहाँ पे कम अज़ कम 30 से 40 हज़ार रुपये लेके तो एक कब्र की जगह के भी वो पैसे लेते थे। तो आइए इस हवाले से भी हम साईं अनवर साहब से गुफ्तगू करते हैं। अस्सलाम वालेकुम जी। वालेकुम सलाम जी बाबा जी क्या हाल है जी, ठीक है जी? अल्लाह दा करम। बाबा जी आ ਜਿਹੜਾ ਤੁਸੀਂ ਮਾਮਲਾ ਸੁਣਿਆ ਵਾ ਇਹ ਕਬਰ ਦੇ ਪੈਸੇ ਲੈਂਦੇ 40-40 ਹਜ਼ਾਰ ਰੁਪਈਆ, ਕੀ ਗੱਲ ਇਹ ਪ੍ਰੀ ਮਿਲ ਕਬਰਿਸਤਾਨ 'ਚ ਵੀ ਇਹ ਕੰਮ ਹੁੰਦਾ ਹੈ? ਭਲਿਆ ਲੋਕਾਂ ਇੱਥੇ ਕੋਈ ਪੁੱਛੇ ਵੀ ਕੀ ਲੈਣੇ, ਬਾਬਾ ਜਿਉਂ ਦਫਨ ਹੋ ਜਾਂਦਾ ਉਹਨੂੰ ਆਂਦਾ ਜੋ ਮਰਜ਼ੀ ਦੇ ਜਾ। ਅੱਛਾ ਜੀ, ਜਿੱਥੋਂ ਮਰਜ਼ੀ ਪੁੱਛ ਕੇ ਵੇਖ ਲੈ। ਜੀ ਜੀ ਹਾਂ ਸਹੀ। ਅੱਛਾ ਤੇ ਕਬਰਿਸਤਾਨ ਦੇ ਵਿੱਚ ਜਦੋਂ ਕੋਈ ਕਬਰ ਕੱਢਦਾ ਹੈ ਤਾਂ ਉਹ ਇਹ ਵੀ ਚੀਜ਼ ਹੁੰਦੀ ਹੈ ਕਿ ਕਬਰ ਦੇ ਉੱਤੇ ਕਬਰ ਕੱਢ ਦਿੰਦੇ ਨੇ, ਕੋਈ ਇਸ ਤਰ੍ਹਾਂ ਦਾ ਮਾਮਲਾ ਇੱਥੇ? ਭਲਿਆ ਲੋਕਾਂ ਜਿਨ੍ਹਾਂ ਦੀ ਕਬਰ ਆਪਣੀ ਹੈ ਨਾ, ਆਪਣੀ ਕਬਰ ਤੇ ਕਬਰ ਕਢਾ ਸਕਦੇ, ਦੂਜੀ ਤੇ ਨਹੀਂ ਕਢਾ ਸਕਦੇ। ਅੱਛਾ ਯਾਨੀ ਕਿ ਇੱਥੇ ਨਾ ਪੈਸੇ ਕੋਈ ਲੈਂਦਾ ਹੈ, ਕਬਰ ਦੇ ਉੱਤੇ ਕਬਰ ਕਢਵਾ ਸਕਦਾ ਵਾ, ਕਿਸੇ ਦੀ ਕਬਰ ਤੇ ਕਬਰ ਨਹੀਂ ਕਢਵਾ ਸਕਦਾ। ਨਾ ਅੱਛਾ ਜਿਹੜੀਆਂ ਕਬਰਾਂ ਬਹਿ ਜਾਂਦੀਆਂ ਵਾ ਉਹਨਾਂ ਦਾ ਕੀ ਕਰਦੇ ਤੁਸੀਂ? ਉਹ ਭਲਿਆ ਲੋਕਾਂ ਮਿੱਟੀ ਪਵਾ ਦੀ। ਅੱਛਾ ਆਹ ਤੇ ਅੱਲਾ ਖੈਰ। ਹਾਂਜੀ ਅੱਲਾ ਖੈਰ ਸੁਣਾ। ਉਹ ਤੁਸੀਂ ਆਪਣੇ ਪੈਸਿਆਂ ਪਵਾਉਂਦੇ ਕਿ ਉਹ ਜਾਂ ਤੁਹਾਨੂੰ ਪਤਾ ਹੁੰਦਾ? ਲੋਕਾਂ ਅਸੀਂ ਆਪਣਿਆਂ ਨੂੰ ਵੀ ਪਵਾਉਂਦੇ ਆ ਤੇ ਤੁਹਾਡੇ ਵਰਗੇ ਨੂੰ ਕਿਸੇ ਨੂੰ ਵਾਸਤਾ ਤਾਂ ਵੀ ਟਰਾਲੀ ਮੰਗਾ ਲਈ ਦੀ। ਬਿਲਕੁਲ ਸੁਣੀ ਗੱਲ, ਮੈਂ ਚੰਗਾ ਗੱਭਰੂ ਹਾਂ, ਸਿੱਖਾਂ ਨਾਲ ਬੱਕਰੀਆਂ ਚਾਰਦਾ ਰਿਹਾ ਮੈਂ। ਅੱਛਾ ਜੀ 3 ਮਹੀਨੇ ਹੋ ਗਏ, ਸਿੱਖ ਆਇਆ ਵੀਡੀਓ ਬਣਾ ਕੇ ਲੈ ਕੇ ਗਏ ਅੱਛਾ ਜੀ ਇੱਥੇ ਬਾ ਕੇ। ਉਹਨਾਂ ਮੇਰੀਆਂ ਉੱਥੇ ਪਿੰਡ 'ਚ ਵੀ ਗੱਲਾਂ ਕਰਵਾਤੀਆਂ। ਉਹਨਾਂ ਆਖਿਆ ਜੋ ਆਖਦਾ ਸਹੀ ਆਖਦਾ। ਜਿੱਥੇ ਬੈਠੇ ਆ ਇਹ ਮੁਰੱਬਾ ਸੀ ਚਰਨ ਸਿੰਘ ਦਾ, ਠੀਕ ਸਿੱਖ ਦਾ। ਅੱਛਾ ਸੁਣ ਲਈ ਗੱਲ? ਹਾਂ ਅੱਲਾ ਖੈਰ। ਅੱਛਾ ਉਹਦਾ ਮੁਰੱਬਾ ਸੀ, ਉਹਨੇ ਦੇ ਦਿੱਤਾ ਕਬਰਿਸਤਾਨ ਨੂੰ। ਉਹ ਤੇ ਚਲਿਆ ਗਿਆ ਕਿ ਤੇ ਸਿੱਖਾਂ ਦੇ ਮੁਸਲਮਾਨ ਇੱਧਰ ਆ ਗਏ, ਉਹ ਉੱਧਰ ਚਲੇ ਗਏ। ਆਹੋ ਅੱਛਾ ਤੁਸੀਂ ਕਬਰਿਸਤਾਨ 'ਚ ਜਦੋਂ ਤੁਸੀਂ ਕਬਰ ਖੁਦਾਈ ਕਰਦੇ ਸੀ ਜਾਂ ਕਰਵਾਉਂਦੇ ਸੀ ਕਿਸੇ ਕੋ, ਤੁਸੀਂ ਕਿਹੜੇ ਹਾਲਾਤ ਦੇਖੇ ਇੱਥੇ? ਆਹ ਤੇ ਕੋਈ ਹਾਲਾਤ ਨਹੀਂ ਉਹ ਵੇਖਿਆ ਕਰਮਾਂ ਵਾਲਿਆ ਵੀ ਕਬਰ ਕੱਢ ਦੇਣੀ। ਉਦੋਂ 10 ਰੁਪਏ ਕੋਈ ਨਹੀਂ ਦਿੰਦਾ। ਹਾਂਜੀ ਬਿਲਕੁਲ। ਜਦੋਂ ਆਏ ਕੋਈ ਜੇ ਕੋਈ ਗਏ ਨਹੀਂ ਤੇ ਨਹੀਂ। ਅੱਛਾ ਅਜੇ ਇੱਥੇ ਲਾਗੋ ਚਾਗੋ ਪਤਾ ਕਰ ਲਾ, ਤੈਨੂੰ ਅੱਜ ਦੀ ਨਹੀਂ ਗੱਲ ਦੱਸੀ? ਬਿਲਕੁਲ ਸਹੀ ਗੱਲ। ਅੱਜ ਦੀ ਗੱਲ ਦਾ ਪਤਾ ਕਰ ਲਾ। ਉਹ ਵਕੀਲ ਆ, ਉਹਨਾਂ ਦੀ ਬੁੱਢੀ ਮਰੀ ਅੱਜ ਉਹ ਦਫਨ ਕਰ ਗਏ ਆ। ਭਲਿਆ ਲੋਕਾਂ ਤੇ 5,000 ਰੁਪਈਆ ਦੇ ਕੇ ਗਏ। ਸਲੇਟਾਂ ਵੀ ਕੋਲੋਂ ਪਾਈਆਂ। ਤਿੰਨ ਬੰਦੇ ਵੀ ਡਾਏ ਸੀ ਜਿਨ੍ਹਾਂ ਨੇ ਕਬਰ ਕੱਢੀ। ਅੱਛਾ 5,000 ਰੁਪਏ। ਆਹ ਕੀ ਲੈਣਾ ਬਾਬਾ ਜੀ, ਕੀ ਦਈਏ, ਜੋ ਦਿਲ ਕਰਦਾ ਦੇਈਏ। ਅੱਛਾ ਤੁਸੀਂ ਕਬਰਿਸਤਾਨ 'ਚ ਜਦੋਂ ਰਹਿੰਦੇ ਸੀ ਤੁਹਾਨੂੰ ਡਰ ਕੋਈ ਐਸਾ ਖੌਫ ਕਦੇ? ਨਾ ਡਰ ਅੱਲਾ ਤੇ ਅੱਲਾ ਦੇ ਨਬੀ ਦਾ। ਮੁਸਲਮਾਨ ਹੋ, ਨਮਾਜ਼ ਪੜ੍ਹੋ। ਅੱਲਾ ਦਾ ਡਰ ਹੋਣਾ ਚਾਹੀਦਾ। ਆਹ ਉਹ ਮੈਂ ਤੇ ਮਸਕੀਨ ਬੰਦਾ, ਮੈਨੂੰ ਮਦੀਨਾ ਵੀ ਰੱਬ ਨੇ ਵਿਖਾਤਾ। ਆਹੋ ਅੱਛਾ ਤੋ ਕਬਰਿਸਤਾਨ 'ਚ ਜੋ ਤੁਸੀਂ ਕਬਰਾਂ ਕੱਢਦੇ ਸੀ ਕੋਈ ਐਸਾ ਜਿੰਨ ਚੜੇਲਾਂ ਵਾਲਾ ਇੱਥੇ ਕੋਈ ਹਿਸਾਬ ਕਿਤਾਬ? ਕੋਈ ਨਹੀਂ, ਸਾਨੂੰ ਤੇ ਕੋਈ ਨਹੀਂ ਦਿਸੀ। ਜਿੱਥੇ ਅੱਲਾ ਤੇ ਅੱਲਾ ਦੇ नबी का नाम ਉੱਥੇ कोई चीज़ नहीं। आपका ईमान है ये। कभी आपने कोई ऐसा चिल्ला काटने वाला इधर देखा हो? ना चिल्ला कोई वड़ता ही हो तो चिल्ला करना होगा। बिल्कुल हाँ जो वो हो जाए बंदा हाँ बहन ही नहीं देना, ना बढ़ नहीं देना, बैठने नहीं देना। हाँ
ਅੱਛਾ, ਤੇ ਇਹਦੇ ਵਿੱਚ ਜਦੋਂ ਤੁਸੀਂ ਕਬਰ ਕੱਢਦੇ ਸੀਗੇ, ਕਬਰ ਦੇ ਦੌਰਾਨ ਕਦੀ ਕੋਈ ਐਸਾ ਮਾਮਲਾ ਆਇਆ ਹੋਵੇ ਕਿ ਕਬਰ ਕੱਢਦੇ ਨਾਲ ਦੀ ਕਬਰ ਦੀ ਕੋਈ ਦੀਵਾਰ ਡਿੱਗ ਗਈ ਹੋਵੇ, ਕੋਈ ਇਸ ਤਰ੍ਹਾਂ ਦਾ ਮਾਮਲਾ ਕਦੀ ਪੇਸ਼ ਆਇਆ? ਇੱਕ ਵੇਖਿਆ ਹਾਂਜੀ। ਮੈਂ ਖੁਦ ਆਪ ਕਬਰ ਕੱਢਦਾ। ਅੱਛਾ। ਉਹ ਮੁੰਡਾ ਹਾਬਜ ਦੀ ਕਬਰ ਸੀ, ਮਸੀਤ ਵਿੱਚ ਪੜ੍ਹਦਾ ਸੀ ਤੇ ਮਸੀਤ ਵਾਲਿਆਂ ਦਾ ਹੀ ਮੁੰਡਾ ਸੀ। ਜੀ ਜੀ ਹਾਂ ਜੀ ਜੀ, ਮਸੀਤ ਵਾਲੇ। ਉਹ ਜੇ ਕੱਢਦੇ ਮੈਂ ਜਰਾ ਥੱਲੇ ਗਿਆ ਨਾ ਤੇ ਇੱਕ ਪਾਸੇ ਤੋਂ ਉਹਦੇ ਸਿਰਹਾਣੇ ਵਾਲੇ ਪਾਸਿਓਂ ਇੰਨੀ ਮੂਰੀ ਹੋ ਗਈ। ਉਹ ਖੜਾਕ ਹੋਇਆ ਖਫਣ ਦਾ। ਹਾਂ ਅੱਛਾ ਜੀ। ਖੜਾਕ ਹੋਇਆ, ਮੈਂ ਵੇਖਿਆ ਖੜਾਕ ਹੋਇਆ। ਮੈਂ ਬਾਹਰ ਨਿਕਲ ਕੇ ਫਿਰ ਇੱਟਾਂ ਲਿਆਂਦੀਆਂ, ਇੱਟਾਂ ਲਿਆ ਕੇ ਤੇ ਉਸ ਬੰਨੇ ਇੱਟਾਂ ਚਿਰ ਸੀ। ਸਹੀ ਸਹੀ। ਤੋ ਹਾਂਜੀ, ਆ ਵੇਖਿਆ ਤੁਸੀਂ? ਤੇ ਉਹ ਕਦੀ ਤੁਸੀਂ ਕਬਰ ਦੇ ਵਿੱਚੋਂ ਕੋਈ ਸੱਪ ਨਿਕਲਦਾ, ਅੱਲਾ ਮਾਫ ਕਰੇ, ਅੱਲਾ ਨਾ ਦਿਖਾਵੇ, ਕਦੀ ਇਸ ਤਰ੍ਹਾਂ ਦਾ ਮਾਮਲਾ ਕਦੀ ਦੇਖਿਆ ਹੋਵੇ? ਭਲਿਆ ਲੋਕਾਂ ਸੱਪ ਨਿਕਲਦਾ ਨਹੀਂ ਵੇਖਿਆ ਤੇ ਮਾਰੇ ਕਈ ਨੇ ਕਬਰ ਕੱਢਦੇ ਆ ਅਜੇ ਵੀ। ਅੱਲਾ ਦੀ ਜ਼ਾਤ ਨੇ ਪਰਦਾ ਵੀ ਰੱਖਿਆ ਆ ਕਿ ਪਤਾ ਨਹੀਂ ਕਿਹਦੇ ਚੋਂ ਨਿਕਲਿਆ, ਪਤਾ ਨਹੀਂ ਕਿੱਧਰੋਂ ਆਇਆ। ਇਹ ਰੱਬ ਜਾਣਦਾ। ਅੱਛਾ, ਤੇ ਇੱਥੇ ਕੋਈ ਜਿਹੜੇ ਜਿਸ ਤਰ੍ਹਾਂ ਕੋਈ ਨਸ਼ਈ ਵਫਾਤ ਪਾ ਜਾਂਦੇ ਨੇ, ਉਹਨਾਂ ਨੂੰ ਕੋਈ? ਉਹ ਵੀ ਸੁਣ ਲਓ। ਜੀ ਜੀ। ਹੁਣੇ ਆ ਜਾਂਦੇ ਆ ਪੁਲਿਸ ਵਾਲੇ ਤੇ ਉਹਨਾਂ ਨੂੰ ਪੁੱਛ ਲਈ ਵੀ ਬਾਬੇ ਨੇ ਗੱਲਾਂ ਸੱਚੀਆਂ ਦੱਸੀਆਂ। ਅੱਛਾ ਜੀ, ਕਿਹੜੀ ਗੱਲ ਹੈ? ਭਲਿਆ ਲੋਕਾਂ ਪੁਲਿਸ ਵਾਲੇ ਇੱਕ ਨਸ਼ਈ ਲੱਦੀ ਫਿਰਨ ਅੱਛਾ। ਮੋਇਆ, ਹਾਂਜੀ। ਔਰ ਇਹ ਕਿੱਥੋਂ ਵਿਚਾਰੇ ਲਿਆਏ, ਕਿਦਨ ਦਾ ਮਰਿਆ ਕਿਦਨ ਦਾ ਨਹੀਂ। ਹੈਂ ਉਹ ਆਂਦੇ ਤਿੰਨਾਂ ਕਬਰਸਤਾਨਾਂ 'ਚ ਗਏ ਬਾਬਾ ਸਾਨੂੰ ਕਿਸੇ ਨੇ ਘਾਹ ਪਾਇਆ। ਹੈਂ ਤੇ ਕਿੱਦਾਂ ਕਰਨੀ ਆ? ਮੈਂ ਉਹਨਾਂ ਚਿਰ ਤੁਹਾਨੂੰ ਜਾਣ ਨਹੀਂ ਦੇਣਾ ਜਿੰਨਾ ਚਿਰ ਦਫਨ ਨਾ ਕਰ ਲਾ। ਉਹਨਾਂ ਆਖਿਆ ਜੀ ਚੰਗਾ। ਇਨਸਾਨੀਅਤ ਕੇ ਨਾਤੇ ਮੈਂ ਫਲਾਣੇ ਥਾਂ ਚਲੇ ਜਾਓ, ਉਹ ਪੀਰ ਬਸ਼ਕ ਨਾਂ ਦਾ ਜੇ ਉਹਨੂੰ ਆਵਾਜ਼ ਮਾਰਿਓ ਖਲੋ ਕੇ ਉੱਥੇ ਤੇ ਉਹ ਆ ਜੂ। ਹੈਂ ਮੈਂ ਉਹਨੂੰ ਕਹਿ ਦੂੰਗਾ ਤੇ ਉਹਨੂੰ ਆ ਜੂ। ਉਹਨੂੰ ਲੈ ਕੇ ਆ ਗਏ ਬੰਦੇ, ਕਬਰ ਕੱਢਣ ਘੱਲਤੇ। ਭਲਿਆ ਲੋਕਾਂ ਕਬਰ ਕੱਢਣ ਘੱਲਤਾ, ਉਹਨਾਂ ਨੂੰ ਫੱਟਾ ਲਿਆਂਦਾ ਇੱਥੋਂ ਮਸੀਤੋਂ। ਜੀ ਜੀ। ਹੈਂ ਪੀਰ ਬਸ਼ਕ ਨੇ ਇੱਥੇ ਨਵਾਇਆ, ਨਵਾ ਕੇ ਉਹਨੂੰ ਕਫਨ ਪਾਇਆ, ਸਾਰੇ ਕੰਮ ਉਹਦੇ ਕੀਤੇ। ਮੌਲਵੀ ਨੂੰ ਇੱਥੋਂ ਸੱਦ ਕੇ ਤੇ 10-12 ਬੰਦਿਆਂ ਨੇ ਜਨਾਜ਼ਾ ਪੜ੍ਹਿਆ। ਕਿੱਥੋਂ ਦਾ ਹੀ ਤੇ ਕਿੱਥੋਂ ਦਾ ਨਹੀਂ, ਇਹ ਰੱਬ ਜਾਣਦਾ। ਰੱਬ ਜਾਣਦਾ, ਬਿਲਕੁਲ। ਅੱਛਾ, ਤੁਸੀਂ ਇਸ ਕਬਰਸਤਾਨ 'ਚ ਫੀ ਸਬੀਲਿਲ੍ਲਾਹ ਵੀ ਕੰਮ ਕਰਦੇ ਹੋ? ਅਗਰ ਕਿਸੇ ਕੋਈ ਕਫਨ ਕੋਈ ਨਾ ਹੋਵੇ ਇਹ ਕਰਨੇ ਆ ਤੂੰ, ਨਹੀਂ ਤੇ ਕਫਨ ਮੇਰੇ ਕੋਲ ਵੇਖ ਲਾ, ਨਹੀਂ ਤੇ ਕਿਤੇ ਪੁੱਛ ਕੇ ਲਾਗੋ ਚਾਗੋਂ ਵੇਖ ਲੈ। ਜੀ ਜੀ। ਉਹਨੂੰ ਪਹਿਲਾਂ ਪੁੱਛ ਲਈਦਾ, ਭਾਵੇਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ। ਭਾਈ ਜੇ ਕਫਨ ਨਹੀਂ ਲਿਆਂਦਾ ਤੇ ਸਾਡੇ ਕੋਲ ਰਾਜਾ ਸੀਤਾ ਸਤਾਇਆ ਵੇ, ਸਲੇਟਾਂ ਵੀ ਮੁਸ਼ਕਪੂਰ ਵਿੱਚ ਪਾਇਆ, ਸਾਬਣ ਦੀ ਗਾਚੀ ਰੱਖੀ, ਸਾਰਾ कुछ। हाँ सब कुछ कीता। सब कुछ। अच्छा, जनाजगाह का इंतजामात जो हैं वो आप, वो पैसे किधर से आप लेते हैं, कहाँ से वो आपके अंदाज मुकम्मल? और मेरे किन्ने किन्ने थे हाँ जी। इतने नहीं कोई भी वो काम हलिया लोग तेन दसिया नहीं। जी जी। 5000 दे के गए, 1500 दिता उन्होंने। जे जरा थोड़ा जिहा 200-400 ज़्यादा होवे तो फिर मैं उन्होंने देना 20 ते 2700 रुपया कबर कढण वाले। 2700 रुपये? आहो, ते विचे सलेटां भी पाइयां होंदियां। आहो 1700। चलो जी, 2700 भी होवे, 1700 भी होवे, कम अज कम वो 40-40 हज़ार रुपये ਜਿਹੜੇ ਜਗ੍ਹਾ ਤੇ ਲੈਂਦੇ ਨੇ ਉਹ ਤਾਂ ਨਹੀਂ ਹੈਗਾ। ਉਹ ਲੈਣ ਦੇ ਉਹਨਾਂ ਨੂੰ ਆਖੀ ਉੱਥੇ ਜਾ ਕੇ ਕੋਠੇ ਪਾ ਲੈਣ। 40-40 ਹਜ਼ਾਰ ਰੁਪਏ ਜਗ੍ਹਾ ਤੇ ਲੈਂਦੇ ਨੇ ਲੈਣ ਤੇ ਉਹ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ? ਉਹਨਾਂ ਦੀ ਮਰਜ਼ੀ ਬਈ, ਉਹ ਆਪਣੀ ਜਾਨ ਤੇ ਭਾਰ ਪਾਉਣ। अच्छा, आपके इंतजामात जितने भी है वो आप खुद पे करते हैं? खुद आप ही कीते है। आप खुद इधर मुकम्मल तौर पे आपने बिल पे करना है, हर चीज़ आपने करनी है? ਭਲੇ ਲੋਕਾਂ ਮੈਨੂੰ ਹੁਣ ਲੋਕੀ ਆਖਦੇ ਆ ਹੁਣ ਕੰਮ ਬੜਾ ਔਖਾ, ਆਖਦੇ ਆ ਆਖਣਾ ਵੀ ਬਿੱਲ ਬੜਾ ਆਉਂਦਾ। ਉਹ ਆਂਦੇ ਝੋਲੀ ਫੇਰਿਆ ਕਰ। ਮੈਂ 74 ਸਾਲ ਮੈਨੂੰ ਹੋ ਗਏ ਅੱਗੇ ਨਹੀਂ ਫੇਰੀ ਤੇ ਹੁਣ ਮੈਂ ਝੋਲੀ ਫੇਰਾਂ। अच्छा, आप इधर झोली भी वो नहीं जब जनाजा कोई आया? बस तक मैं आह नहीं फेरी आज ताई। यानी कि 1700 रुपये आप जो है कब्र का देते हैं? ਉਹ ਵੀ ਕੋਈ ਜਿਹੜਾ ਕਢਾਉਂਦਾ ਹੋਵੇ, ਨਹੀਂ ਤੇ ਬਹੁਤੇ ਆਪ ਕੱਢਦੇ ਆ ਇੱਥੇ ਕਬਰਾਂ, ਮਹੱਲੇਦਾਰ ਆਣ ਕੇ ਮੁੰਡਾ। ਅਕਸਰ ਦੇਖਿਆ ਗਿਆ ਵਾ ਕਿ ਇੱਕ ਕਬਰ ਹੁੰਦੀ ਆ, 6 ਨਾਲ ਢੇਰੀਆਂ ਹੁੰਦੀਆਂ ਨਜਾਇਜ਼, ਉੱਥੇ ਤੁਸੀਂ ਕੀ ਕਰਦੇ ਹੋ? ਮੈਂ ਨਹੀਂ ਬਣ ਦਿੰਦਾ। ਤੁਸੀਂ ਨਹੀਂ ਬਣਨ ਦਿੰਦੇ? ਨਹੀਂ
ਜਿਹੜੇ ਬਣਾ ਲੈਂਦੇ ਤੁਸੀਂ ਕੀ ਕਰਦੇ? ਬਣਾ ਲੈਂਦੇ ਅਸੀਂ ਕਬਰ ਕਰ ਦਿੰਦੇ ਹਾਂ। जी नाजरीन, हमारे साथ मौजूद थे साईं अनवर साहब, 74 साल जिन्होंने इस कब्रिस्तान, जब ये इंडिया से आए, भारत से आए, तो इन्होंने आते ही यहाँ पे बसेरा किया। नाजरीन, यहाँ पे इस कब्रिस्तान में ख़ास तौर पे किसी भी कब्र की कोई जगह के कोई पैसे नहीं लिए जाते। ये कहते हैं कि जी 74 साल मुझे हो गए, आज तक मैंने किसी से पैसे नहीं मांगे, और जो भी आता है वो खुद ही अपने पैसे अगर कोई देना चाहे वो दे सकता है, वरना हम किसी से मांगते नहीं हैं, और किसी कब्र के हम 25-30 हज़ार रुपया नहीं लेते। नाजरीन, मज़ीद इस तरह की वीडियो के लिए हमारा चैनल सब्सक्राइब करें। अस्सलाम वालेकुम।